Hello everyone, welcome to Chetan Bharat Learning. मेरा नाम ਇੰਦਰਜੀਤ। Today we are going to discuss PYQs। ਸਾਲ 2015 ਦੇ ਵਿੱਚ ਜੋ ਪੰਜਾਬ ਪੀਸੀਐਸ ਦਾ ਪੇਪਰ ਹੋਇਆ ਉਸ ਦੇ ਵਿੱਚ ਜੋ ਵੀ ਸਾਇੰਸ ਅਤੇ ਦੇ ਕੁਐਸਚਨ ਆਏ ਆਪਾਂ ਉਹਨਾਂ ਦੀ ਡਿਸਕਸ਼ਨ ਕਰਾਂਗੇ। CBL ਤੁਹਾਡੇ ਲਈ ਆਲਰੇਡੀ ਕਰੰਟ ਅਫੇਅਰ ਦਾ ਕੋਰਸ ਰਨ ਕਰ ਰਿਹਾ ਹੈ ਜਿਸ ਦੇ ਵਿੱਚ ਆਪਾਂ ਪੰਜਾਬ ਪੀਸੀਐਸ ਜੋ 2025 ਚ ਹੋਣ ਜਾ ਰਿਹਾ ਹੈ ਉਸ ਲਈ ਪੂਰੇ ਸਾਲ ਦੇ ਕਰੰਟ ਅਫੇਅਰਸ ਨੂੰ ਥੋਰਲੀ ਕਵਰ ਕਰਾਂਗੇ ਤੇ ਇਸੇ ਦੇ ਦੌਰਾਨ ਆਪਾਂ PYQs ਸਾਲ 2020 18 ਜਾਂ 15 ਦੇ ਵਿੱਚ ਜੋ ਪੇਪਰ ਹੋਇਆ ਉਸ ਨੂੰ ਡਿਸਕਸ ਕਰਾਂਗੇ। ਤਾਂ ਬਿਨਾਂ ਸਮਾਂ ਗਵਾਏ ਆਪਾਂ ਸਿੱਧਾ ਪਹਿਲੇ ਕੁਐਸਚਨ ਤੇ ਜੰਪ ਕਰਦੇ ਹਾਂ। ਜੋ ਵੀ ਸਾਇੰਸ ਦੇ ਕੁਐਸਚਨ ਡਿਸਕਸ ਕਰਾਂਗੇ ਨਾ ਥੋੜਾ ਜਿਹਾ ਸਲੋ ਕਰਦੇ ਹਾਂ, ਥੋੜਾ ਡਿਸਕਸ਼ਨ ਦੇ ਉੱਪਰ ਡੈਪਥ ਜਾਣ ਦੀ ਕੋਸ਼ਿਸ਼ ਕਰਾਂਗਾ ਮੈਂ। ਬਟ ਪਲੀਜ਼ ਰਿਮੈਂਬਰ ਜਦ ਆਪਾਂ UPSC ਦੀ ਗੱਲ ਕਰਦੇ ਹਾਂ ਤੇ ਪੰਜਾਬ PCS ਦੀ ਗੱਲ ਕਰਦੇ ਹਾਂ। UPSC ਤੇ ਯੂ ਵਿਲ ਸੀ ਦੈਟ ਦੇ ਆਰ ਮੋਰ ਟਿਲਟਡ ਟੂਵਰਡਸ ਦ ਟੈਕ ਪਾਰਟ, ਸਪੇਸ ਸਾਇੰਸ ਦਾ ਸਵਾਲ ਪੁੱਛਣਗੇ ਜੋ ਕਰੰਟ ਅਫੇਅਰ ਓਰੀਐਂਟਡ ਹੁੰਦਾ ਹੈ ਜਾਂ ਕੁਆਂਟਮ ਟੈਕਨੋਲੋਜੀ ਹੋ ਗਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਹੋ ਗਿਆ। They'll ask so many questions, but they are more tilted towards the tech part. While in state PCS, as well as particularly for Punjab PCS, they are more tilted towards the general science. So, general science से question ज़्यादा पूछे जाते हैं। ये पहले सवाल देख लो। In hemoglobin, iron shows which of one of the following oxidation state. हालांकि 9th 10th ਦੇ ਵਿੱਚ ਪੁੱਛਿਆ ਗਿਆ ਸਵਾਲ ਹੈ, ਬਹੁਤ ਬੇਸਿਕ ਸਵਾਲ ਹੈ, ਪਰ ਇਹ ਜਿਹੇ ਬੇਸਿਕ ਸਵਾਲ ਹੀ ਕਈ ਵਾਰ ਕਰਨੇ ਔਖੇ ਹੋ ਜਾਂਦੇ ਨੇ। ਇੱਥੇ ਦਾ ਸਹੀ ਆਨਸਰ ਹੈ +2, ਠੀਕ ਹੈ। +2 ਦੀ ਸਟੇਟ ਹੁੰਦੀ ਹੈ ਆਇਰਨ ਦੀ, Fe2 ਪੋਜ਼ਿਟਿਵ। Fe ਆਇਰਨ ਦਾ ਸਿੰਬਲ ਹੁੰਦਾ ਹੈਗਾ 2 ਪੋਜ਼ਿਟਿਵ। this is how hemoglobin is present in this is how iron is present, or you would say the oxidation state of iron in hemoglobin। ਠੀਕ ਹੈ ਜੀ। ਨੈਕਸਟ ਦੇਖੋ ਆਈਸੋਟੋਪਸ। ਭਾਈ ਆਈਸੋਟੋਪਸ ਕਿਆ ਹੁੰਦੇ ਨੇ? ਬਹੁਤ ਵਾਰ ਕਲਾਸਾਂ ਦੇ ਵਿੱਚ ਡਿਸਕਸ ਕਰਿਆ ਹੋਇਆ, ਮੈਂ ਵੀ ਕਰਿਆ ਹੋਇਆ, ਤੁਸੀਂ ਵੈਸੇ ਵੀ ਪੜਿਆ ਹੋਣਾ ਹੈਗਾ। ਆਈਸੋਟੋਪਸ ਕਿਆ ਹੁੰਦੇ ਨੇ? ਹਰ ਐਟਮ ਦੇ ਵਿੱਚ ਬੇਸਿਕ ਚੀਜ਼ ਕੀ ਹੈ? ਐਟਮ। ਐਟਮ ਕਿਆ ਹੁੰਦਾ ਹੈ? ਇਟਸ ਅ ਸਟਰਕਚਰਲ ਦ ਮੋਸਟ ਲੀਸਟ ਪੋਸੀਬਲ ਸਟਰਕਚਰਲ ਯੂਨਿਟ ਆਫ ਦ ਮੈਟਰ, ਰਾਈਟ। ਹੁਣ ਐਟਮ ਦੀ ਗੱਲ ਕਰੀਏ ਤਾਂ ਐਟਮ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਨੇ, ਪ੍ਰੋਟੋਨ ਜੋ ਪੋਜ਼ਿਟਿਵਲੀ ਚਾਰਜ ਹੁੰਦਾ ਹੈ, ਇਲੈਕਟ੍ਰੋਨ ਜੋ ਨੈਗੇਟਿਵਲੀ ਚਾਰਜ ਹੁੰਦਾ ਹੈ ਤੇ ਨਿਊਟ੍ਰੋਨ ਜੋ ਜ਼ੀਰੋ ਚਾਰਜ ਹੁੰਦਾ ਹੈ। ਇੱਕ ਨਿਊਕਲੀਅਸ ਹੁੰਦਾ ਹੈ, ਨਿਊਕਲੀਅਸ ਇੱਥੇ ਡਰਾ ਕਰਦੇ ਆਪਾਂ। ਇੱਕ ਨਿਊਕਲੀਅਸ ਹੁੰਦਾ ਹੈ, ਨਿਊਕਲੀਅਸ ਦੇ ਵਿੱਚ ਪੋਜ਼ਿਟਿਵਲੀ ਚਾਰਜ ਪ੍ਰੋਟੋਨ ਤੇ ਨਿਊਟ੍ਰੋਨ ਦੋਨੋਂ ਚੀਜ਼ਾਂ ਹੁੰਦੀਆਂ ਨੇ ਤੇ ਇਲੈਕਟ੍ਰੋਨ ਇਹਦੇ ਆਲੇ ਦੁਆਲੇ ਆਰਬਿਟਸ ਘੁੰਮ ਰਿਹਾ ਹੁੰਦਾ ਹੈ, ਠੀਕ ਹੈ। ਆਰਬਿਟ ਜਾਂ ਅੱਗੇ ਫਿਰ ਆਰਬਿਟਲਸ ਹੁੰਦੇ ਨੇ, ਕਾਫੀ ਕੁਝ ਹੁੰਦਾ ਹੈ। ਦ ਪੁਆਇੰਟ ਆਈ ਐਮ ਰੈਫਰਿੰਗ ਟੂ, ਕਈ ਵਾਰ ਕੀ ਹੁੰਦਾ ਹੈ ਪ੍ਰੋਟੋਨ ਸੇਮ ਰਹਿੰਦੇ ਨੇ ਬਟ ਨਿਊਟ੍ਰੋਨ ਡਿਫਰ ਕਰ ਸਕਦੇ ਨੇ। अब इसका क्या मतलब है? ਹਾਊ ਡੂ ਯੂ ਡਿਫਾਈਨ ਅਟੋਮਿਕ ਨੰਬਰ? ਹਰ ਐਟਮ ਹੈ ਨਾ ਉਸਦਾ ਨੰਬਰ ਹੁੰਦਾ ਹੈ, ਅਟੋਮਿਕ ਨੰਬਰ ਕਹਿੰਦੇ ਨੇ ਜਿਹਨੂੰ। ਜਿਵੇਂ ਪਹਿਲਾ ਅਟੋਮਿਕ ਨੰਬਰ ਹਾਈਡਰੋਜਨ ਹੋ ਗਿਆ, ਫਿਰ ਹੀਲੀਅਮ ਹੋ ਗਿਆ, ਫਿਰ ਲਿਥੀਅਮ ਹੋ ਗਿਆ, ਬੋਰਾਨ, ਕਾਰਬਨ ਐਟਸੈਟਰਾ, ਰਾਈਟ। ਹਾਈਡਰੋਜਨ, ਹੀਲੀਅਮ, ਲਿਥੀਅਮ, ਬੈਰੀਲੀਅਮ, ਬੋਰਾਨ, ਕਾਰਬਨ, ਨਾਈਟ੍ਰੋਜਨ। ਤਾਂ ਜੇ ਮੈਂ ਕਹਿ ਰਿਹਾ ਵੀ ਕਾਰਬਨ, ਤੇ ਜੇ ਕਾਰਬਨ ਦਾ ਅਟੋਮਿਕ ਨੰਬਰ 6 ਹੈ ਤਾਂ ਇਸ ਦਾ ਮਤਲਬ ਹੈ ਵੀ ਇਸ ਦੇ ਨਿਊਕਲੀਅਸ ਦੇ ਵਿੱਚ, ਯਾਨੀ ਕਾਰਬਨ ਦੇ ਐਟਮ ਦੇ ਨਿਊਕਲੀਅਸ ਦੇ ਵਿੱਚ 6 ਪ੍ਰੋਟੋਨ ਨੇ ਤੇ ਜਨਰਲੀ ਜਿੰਨੇ ਪ੍ਰੋਟੋਨ ਹੁੰਦੇ ਨੇ ਉਨੇ ਹੀ ਨਿਊਟ੍ਰੋਨਸ ਵੀ ਹੁੰਦੇ ਨੇ ਤੇ ਜਿਵੇਂ ਜਿਵੇਂ ਐਟੋਮਿਕ ਨੰਬਰ ਵੱਧਦਾ ਜਾਏਗਾ ਨੰਬਰ ਆਫ ਨਿਊਟ੍ਰੋਨਸ ਇਨਕਰੀਜ਼ ਹੁੰਦੇ ਜਾਂਦੇ ਨੇ। ਬਸ ਪ੍ਰੋਪਰਟੀ ਹੈ, ਫਿਨੋਮੀਨਾ, ਰਾਈਟ। ਹੁਣ ਇੱਥੇ ਇੰਪੋਰਟੈਂਟ ਕੀ ਹੈ? ਵੈਨ ਐਨ ਐਟਮ, ਜਾਂ ਤੁਸੀਂ ਕਹਿ ਲਓ ਵੀ ਦੋ ਐਟਮਸ ਨੇ ਇਹ ਜੇ, ਇਹਨਾਂ ਰਬ ਕਰ ਦਈਏ, ਟੂ ਐਟਮਸ having same number of protons। ਹੁਣ 2 ਐਟਮ ਕਹਿ ਰਿਹਾ ਮੈਂ, ਦੋ ਵੱਖੋ ਵੱਖਰੇ ਐਟਮ ਨੇ A1 A2, ਇਹਨਾਂ ਦਾ ਪ੍ਰੋਟੋਨ ਨੰਬਰ ਤਾਂ ਸੇਮ ਹੈ P1 equal to P2, ਤਾਂ ਮਤਲਬ ਇਹ ਦੋਨੋਂ ਆਇਡੈਂਟੀਕਲ ਇੱਕ ਹੀ ਟਾਈਪ ਦੇ ਐਟਮ ਨੇ ਜਾਂ ਇੱਕ ਹੀ ਐਲੀਮੈਂਟ ਦੇ ਐਟਮ ਨੇ, ਪਰ ਇਹਨਾਂ ਵਿੱਚ ਨਿਊਟ੍ਰੋਨ ਬਰਾਬਰ ਨਹੀਂ ਹੈਗੇ। N1 is not equal to N2। ਜਿਵੇਂ ਮੰਨ ਲਓ ਆਪਾਂ ਗੱਲ ਕਰੀ ਕਾਰਬਨ ਦੇ ਇੱਕ ਐਟਮ ਦੀ, ਕਾਰਬਨ ਜਾਂ 1H1 1H2। ਹੁਣ ਇੱਥੋਂ ਆਪਾਂ ਫਿਰ ਸਾਫ਼ ਕਰਕੇ ਦੇਖੋ 1, जस्ट अ मोमेंट, हाँ जी 1H1 1H1, ठीक है। जब मैं लिख रहा हूँ 1 एटॉमिक नंबर, ऊपर नंबर ऑफ न्यूट्रॉन्स 1H1 1H2 1H3, नीचे नंबर ऑफ प्रोटॉन्स ने यानी उसका एटॉमिक नंबर, ऊपर उसके नंबर ऑफ न्यूट्रॉन्स ने यानी न्यूट्रॉन्स प्लस उसका मास नंबर। एक्चुअली ਤਾਂ ਮਾਸ ਨੰਬਰ ਦਾ ਮਤਲਬ ਹੈ ਵੀ ਉਸ 'ਚ ਨਿਊਟ੍ਰੋਨ ਕਿੰਨੇ ਨੇ, ਨਿਊਟ੍ਰੋਨ ਤੇ ਪ੍ਰੋਟੋਨ ਦਾ ਮਾਸ ਕਾਊਂਟ ਹੁੰਦਾ ਹੈ। ਹੁਣ ਤੁਸੀਂ ਦੇਖੋਗੇ ਐਟੋਮਿਕ ਨੰਬਰ ਸਾਰਿਆਂ ਦਾ ਸੇਮ ਹੈ ਪਰ ਮਾਸ ਨੰਬਰ ਚੇਂਜ ਹੋ ਰਿਹਾ। ਮਾਸ ਨੰਬਰ ਕਿਉਂ ਚੇਂਜ ਹੋ ਰਿਹਾ? ਕਿਉਂਕਿ ਨੰਬਰ ਆਫ ਨਿਊਟ੍ਰੋਨਸ ਚੇਂਜ ਹੋ ਰਹੇ ਨੇ। ਨਾਓ ਆਈਸੋਟੋਪਸ ਕਿਹੜੇ ਐਲੀਮੈਂਟ ਹੁੰਦੇ ਨੇ? ਆਈਸੋਟੋਪਸ ਐਸੇ ਐਟਮ ਨੇ ਆਫ ਸੇਮ ਐਲੀਮੈਂਟ, ਜਿਵੇਂ ਤਿੰਨੇ ਹਾਈਡਰੋਜਨ ਦੇ ਹੀ ਐਟਮ ਨੇ। ਆਈਸੋਟੋਪਸ ਆਰ ਐਟਮਸ ਆਫ ਸੇਮ ਐਲੀਮੈਂਟ ਵਿਦ ਡਿਫਰੈਂਟ ਨੰਬਰ ਆਫ ਨਿਊਟ੍ਰੋਨਸ, ਠੀਕ ਹੈ। ਤਾਂ ਉਹਨੂੰ ਕੀ ਬੋਲਦੇ ਨੇ? ਆਈਸੋਟੋਪਸ। ਇਸੇ ਤਰ੍ਹਾਂ ਆਈਸੋਬਾਰਸ ਹੋ ਸਕਦੇ ਨੇ, ਰਾਈਟ। ਹੁਣ ਆਈਸੋਬਾਰਸ ਕਿਆ ਹੁੰਦੇ ਨੇ? ਯੂ ਡੂ ਲੈਟ ਮੀ ਨੋ ਇਨ ਦਾ ਕਮੈਂਟ ਬਾਕਸ।
अगले क्वेश्चन ਤੇ ਪੜ੍ਹਦੀ ਆਪਾਂ ਕਲੀਨਜ਼ਿੰਗ ਐਕਸ਼ਨ ਆਫ ਸੋਪ ਅਕਰਸ ਬਿਕੋਜ਼ ਆਪਾਂ ਜਦ ਪਿੰਡੇ ਤੇ ਜਾਂ ਕੱਪੜੇ ਤੇ ਸਾਬਣ ਲਾਉਂਦੇ ਆ ਬਿਲਕੁਲ ਲੇਮਨ ਲੈਂਗੁਏਜ ਆਪਾਂ ਪਿੰਡੇ ਤੇ ਜਾਂ ਕੱਪੜੇ ਤੇ ਸਾਬਣ ਲਾਉਂਦੇ ਆ ਤੇ ਉਹ ਸਾਫ਼ ਹੋ ਜਾਂਦਾ ਹੈ why does this happen what is the basic science behind the cleansing of the body or you would say the clothing ਆਇਲ ਤੇ ਗਰੀਸ ਦੀ ਗੱਲ ਕਰੀਏ ਆਪਣੇ ਹੱਥ ਚੀਕਣੇ ਹੋ ਜਾਂਦੇ ਨੇ ਨਾ ਬਿਲਕੁਲ ਪੰਜਾਬੀ ਦੀ ਗੱਲ ਕਰੀਏ ਹੱਥ ਚੀਕਣੇ ਹੋ ਜਾਂਦੇ ਨੇ ਆਪਾਂ ਹੱਥ ਤਾਂ ਸਾਬਣ ਨਾਲ ਸਾਫ਼ ਕਰਦੇ ਆ ਤਾਂ ਉਹ ਸਾਫ਼ ਹੋ ਜਾਂਦੇ ਨੇ oil जो oil and grease can be observed into the hydrophobic centers of isomers and washed away this statement is true पहली statement सही है दी ठीक है जी तो ਇਹਦਾ आंसर है A the organ of human body which collects carbohydrates in the form of glycogen ਹੁਣ ਦੇਖੋ ਬਿਲਕੁਲ ਬੇਸਿਕ ਬਾਇਓਲੋਜੀ ਜਨਰਲ ਬਾਇਓਲੋਜੀ ਦਾ ਕੁਐਸਚਨ ਹੈ 9th 10th ਲੈਵਲ ਦਾ ਕੁਐਸਚਨ ਹੈ ਆਪਣੇ ਸਰੀਰ ਦਾ ਕਿਹੜਾ ਇਹ ਅੰਗ ਹੈ ਜਿਹੜਾ ਕਾਰਬੋਹਾਈਡਰੇਟਸ ਨੂੰ ਸਟੋਰ ਕਰਦਾ ਹੈ ਕਲੈਕਟ ਕਰਦਾ ਹੈ ਇਨ ਦਾ ਫਾਰਮ ਆਫ ਗਲਾਈਕੋਜਨ that is liver D is the correct answer right ਜਨਰਲ ਬਾਇਓਲੋਜੀ ਦੇ ਕੁਐਸਚਨ ਹੈ ਫੈਕਚੁਅਲ ਕੁਐਸਚਨ ਹੈ ਦ ਵਰਕਿੰਗ ਆਫ ਆਪਟੀਕਲ ਫਾਈਬਰ ਤੁਸੀਂ ਦੇਖੋ ਸਾਲ 2015 ਦੇ ਵਿੱਚ TIR ਦੇ ਉੱਪਰ ਕੁਐਸਚਨ ਆਇਆ ਹੋਇਆ ਫਿਰ ਸੇਮ ਹੀ ਟੌਪਿਕ ਦੇ ਉੱਪਰ ਸਾਲ 2018 ਦੇ ਵਿੱਚ ਵੀ ਕੁਐਸਚਨ ਆਇਆ ਹੋਇਆ ਉੱਥੇ ਵੀ ਆਨਸਰ ਦੇਖੋ ਹੁਣ ਉਰੇ ਕੀ ਕਰਿਆ ਵਾ ਟੌਪਿਕ ਸਮਝਣਾ ਜਾਂ ਕਹਿ ਲਓ ਟ੍ਰਿਕ ਸਮਝਣਾ today in this particular question they have given the concept of fiber cable ਕਿ ਉਸ ਦੇ ਵਿੱਚ ਕਿਹੜਾ ਕਨਸੈਪਟ ਲਾਗੂ ਹੁੰਦਾ ਹੈ TIR ਲਾਗੂ ਹੁੰਦਾ ਟੋਟਲ ਇੰਟਰਨਲ ਰਿਫਲੈਕਸ਼ਨ ਫਿਰ ਉਹਨਾਂ ਨੇ ਅਗਲੇ 2018 ਦੇ ਪੇਪਰ 'ਚ ਪੁੱਛਿਆ ਹੈ ਵੀ TIR ਦੇ ਬੇਸ ਤੇ ਹੇਠ ਦਿੱਤਿਆਂ ਵਿੱਚੋਂ ਕਿਹੜਾ ਆਬਜੈਕਟ ਜਾਂ ਕਿਹੜਾ ਮੈਕੈਨਿਜ਼ਮ ਕੰਮ ਕਰਦਾ ਹੈ ਉਹਦਾ ਆਨਸਰ ਸੀ ਐਂਡੋਸਕੋਪੀ ਠੀਕ ਹੈ ਪਰ ਟੌਪਿਕ ਜਾਂ ਕਨਸੈਪਟ ਸੇਮ ਰੱਖਿਆ ਹੁਣ ਇਹਦਾ ਮਤਲਬ ਇਹ ਨਹੀਂ ਵੀ 2021 ਵਾਲੇ ਵਿੱਚ TIR ਆਇਆ ਹੋਊਗਾ ਜਾਂ 2025 ਵਾਲੇ ਵਿੱਚ TIR ਤੇ ਸਵਾਲ ਪੁੱਛਣਗੇ ਬਟ ਤੁਹਾਡੇ ਲਈ ਬੇਸਿਕ ਫਿਜ਼ਿਕਸ ਇੰਪੋਰਟੈਂਟ ਹੋ ਜਾਂਦੀ ਹੈ ਯੈਸ ਤੇ ਉਹਦੇ ਵਿੱਚ ਆਪਟਿਕਸ ਯੂਨਿਟ ਇੰਪੋਰਟੈਂਟ ਹੋ ਜਾਂਦੀ ਹੈ ਯੈਸ ਰਾਈਟ ਇਹ ਸਮਝਣਾ ਹੁੰਦਾ ਆਪਣੇ PYQ ਨੂੰ ਜਦ ਆਪਾਂ ਕਹਿੰਦੇ ਨਾ PYQ ਦੀ ਐਨਾਲਿਸਿਸ ਕਰਨੀ ਹੈ ਨਾ ਮਤਲਬ ਇਹ ਥੋੜੀ PYQ ਪੜ੍ਹ ਲਿਆ ਉਹਦਾ ਆਨਸਰ ਦੇਖ ਲਿਆ ਐਕਸਪਲੇਨੇਸ਼ਨ ਪੜ੍ਹ ਲਈ ਦਿਸ ਇਜ਼ ਨਾਟ ਦ ਐਨਾਲਿਸਿਸ the analysis is that in 2015 they asked the question from TIR then again in 2018 they asked the question from TIR in 2025 they are more likely to ask a question from optics part of the physics of general science right ਚਲੋ ਇੱਥੇ ਆਪਟੀਕਲ ਫਾਈਬਰ ਦੀ ਗੱਲ ਹੋ ਰਹੀ ਹੈ ਜਿਹਨਾਂ ਥਰੂ ਇੰਟਰਨੈਟ ਆਪਣੇ ਘਰਾਂ ਚ ਆਉਂਦਾ ਹੈਗਾ ਬ੍ਰੌਡਬੈਂਡ ਲਾਉਂਦੇ ਆ ਆਪਾਂ ਵਾਈਫਾਈ ਲਾਉਂਦੇ ਆ ਉੱਥੇ ਆਪਟੀਕਲ ਫਾਈਬਰ ਦੇ ਥਰੂ ਆਪਣੇ ਘਰੇ 'ਚ ਜੋ ਇੰਟਰਨੈਟ ਆਉਂਦਾ ਹੈ ਉਹਦੇ ਵਿੱਚ ਕਿਹੜਾ ਕਨਸੈਪਟ ਲਾਗੂ ਹੁੰਦਾ ਹੈ TIR ਮੰਨ ਲਓ ਜਿਵੇਂ ਇਹ ਕੋਈ ਆਪਟੀਕਲ ਫਾਈਬਰ ਹੈ ਤੇ ਇਹਦੇ ਵਿੱਚ ਲਾਈਟ ਵਿੱਚ ਹੀ ਰਿਫਲੈਕਸ਼ਨ ਹੋ ਜਾਂਦਾ ਹੈ ਇਸ ਟਿਊਬ ਨੂੰ escape ਨਹੀਂ ਕਰਦੀ ਲਾਈਟ that is why it is called TIR total internal reflection ਠੀਕ ਹੈ ਜੀ A is the correct answer next ਦੇਖੋ x-rays do not show the phenomena of ਹੁਣ x-rays ਦੀ ਗੱਲ ਕਰੀਏ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਦੇ ਵਿੱਚ x-ray ਇਲੈਕਟ੍ਰੋਮੈਗਨੈਟਿਕ ਸਪੈਕਟਰਮ ਕੀ ਹੁੰਦਾ ਹੈ x-ray ਅਲਟਰਾਵਾਇਲਟ ਰੇਜ਼ ਫਿਰ ਵਿਜ਼ੀਬਲ ਰੇਜ਼ ਫਿਰ ਇਨਫਰਾਰੈਡ ਰੇਜ਼ ਇਹਦੇ ਵਿੱਚ x-ray ਕਿਆ ਸ਼ੋ ਨਹੀਂ ਕਰਦਾ ਇੱਥੇ ਡਿਫਲੈਕਸ਼ਨ ਬਾਈ ਇਲੈਕਟ੍ਰਿਕ ਫੀਲਡ ਸ਼ੋ ਨਹੀਂ ਕਰਦਾ ਠੀਕ ਹੈ very important next ਦੇਖੋ which printer uses the combination of laser beam ਹੁਣ ਉਹਨੇ laser beam ਸਿੱਧਾ ਹੀ ਲਿਖਤਾ laser beam and electrophotographic technique ਦੇਖੋ none of the above ਤਾਂ ਵੈਸੇ ਹੀ ਨਹੀਂ ਹੈ ਲਾਈਨ ਪ੍ਰਿੰਟਰ ਕਿਆ ਹੁੰਦਾ ਹੈ ਤੁਹਾਨੂੰ ਯਾਦ ਹੋਊਗਾ ਜਾਂ ਹੁਣ ਵੀ ਕਿਤੇ ਥਾਵੇਂ ਪੋਸਟ ਆਫਿਸ ਵਰਗੇ ਜਗ੍ਹਾ ਤੇ ਯੂਜ਼ ਹੁੰਦਾ ਹੈਗਾ ਲਾਈਨ ਪ੍ਰਿੰਟਰ ਵੀ ਇੱਕ ਲਾਈਨ ਪ੍ਰਿੰਟ ਹੁੰਦੀ ਸੀ ਫਿਰ ਡੋਟ ਮੈਟ੍ਰਿਕਸ ਪ੍ਰਿੰਟਰ ਇਹ ਵੀ ਆਬਸੋਲੀਟ ਹੋ ਗਏ ਨੇ ਹੁਣ ਲੇਜ਼ਰ ਪ੍ਰਿੰਟਰ ਜਿਹੜਾ ਸਿੱਧਾ ਲਿਖਿਆ ਹੋਇਆ ਲੇਜ਼ਰ ਬੀਮ ਤਾਂ ਲੇਜ਼ਰ ਪ੍ਰਿੰਟਰ 'ਚ ਯੂਜ਼ ਹੋਏਗੀ ਰਾਈਟ ਅੱਛਾ ਤੁਹਾਨੂੰ ਇੱਕ ਕੁਐਸਚਨ ਹੈ ਵੈਸੇ ਇੱਥੇ ਤਾਂ ਗੱਲ ਨਹੀਂ ਹੈ ਮੈਨੂੰ ਲੇਜ਼ਰ ਦੀ ਫੁੱਲ ਫਾਰਮ ਦੱਸੋ ਕਮੈਂਟ ਬਾਕਸ 'ਚ what is the full form of laser right ਐਵੇਂ ਹੀ ਫਿਰ ਇੱਕ MASER ਮੇਜ਼ਰ ਵੀ ਹੁੰਦਾ ਹੈ ਹੋ ਸਕੇ ਤਾਂ ਉਹਦੀ ਫੁੱਲ ਫਾਰਮ ਵੀ ਦੱਸਿਓ ਰਾਈਟ ਚਲੋ ਨੈਕਸਟ ਕੁਐਸਚਨ ਦੇਖੀਏ ਇਸ ਆਨਸਰ A the electronic configuration of an atom is 1s2 2s2 2p5 the number of unpaired electrons in this atom are now this is a very typical question है ना I do not expect कि हर एस्पिरेंट में क्वेश्चन आंदा होवे I believe वैसे ਤਾਂ ਅਬੂ ਪ੍ਰਿੰਸੀਪਲ ਦੀ ਗੱਲ ਹੋ ਰਹੀ ਹੈ ਔਰ ਅਬੂ ਪ੍ਰਿੰਸੀਪਲ ਇਲੈਕਟ੍ਰੋਨਿਕ ਕਨਫਿਗਰੇਸ਼ਨ ਦੀ ਗੱਲ ਕਰਦਾ ਹੈ 1s2 2s2 2p6 3s2 the point is ਇਹ +1 ਦੇ ਵਿੱਚ ਪੜ੍ਹੀ ਜਾਂਦੀ ਹੈ ਕੁਝ ਸਕੂਲਾਂ ਦੇ ਵਿੱਚ 9th 10th ਵੀ ਪੜ੍ਹਾ ਦਿੰਦੇ ਨੇ ਪਰ ਜੇ ਬੱਚੇ ਨੇ +1 ਦੇ ਵਿੱਚ ਪੜ੍ਹਿਆ ਹੋ ਸਕਦਾ ਉਹਨੂੰ ਯਾਦ ਹੋਵੇ ਅਦਰਵਾਈਜ਼ ਇਟ ਇਜ਼ ਵੈਰੀ ਡਿਫਿਕਲਟ ਕਿ ਜਾਂ ਵੈਰੀ ਅਨਲਾਈਕਲੀ ਕਿ ਬੱਚੇ ਨੂੰ ਟੌਪਿਕ ਆਉਂਦਾ ਹੋਵੇ ਹਾਲਾਂਕਿ ਮਾਈ ਪਰਸਨਲ ਓਪੀਨੀਅਨ ਇਹ ਜਿਹੇ ਟੌਪਿਕ 'ਚ ਸਵਾਲ ਪੁੱਛੇ ਨਹੀਂ ਜਾਣਾ ਚਾਹੀਦਾ ਬਟ ਚਲੋ they have asked general science this is very typical chemistry ਹੁਣ ਆਪਾਂ ਗੱਲ ਕਰ ਰਹੇ ਇਲੈਕਟ੍ਰੋਨਿਕ ਕਨਫਿਗਰੇਸ਼ਨ ਦੀ
वन ਇਹ ਨਾ ਦੋ ਆਰਬਿਟਲ ਨੇ, ਮੈਂ ਸਿਰਫ ਉੱਤੋਂ ਤੱਕ ਸੀਮਿਤ ਰਹੂੰਗਾ, ਵਰਨਾ ਐਸਪੀਡੀਐਫ ਵੀ ਹੁੰਦਾ। ਐਸ ਇਹ ਆਰਬਿਟਲ ਹੁੰਦਾ ਜਿਹਦੇ ਵਿੱਚ ਦੋ ਇਲੈਕਟ੍ਰੋਨ ਹੁੰਦੇ ਨੇ, ਠੀਕ ਹੈ, ਤੇ ਪੀ ਜਿਹਦੇ ਵਿੱਚ ਤਿੰਨ ਆਰਬਿਟਲਸ ਹੁੰਦੇ ਨੇ, ਠੀਕ ਹੈ ਜੀ। ਤੇ ਇੱਕ ਆਰਬਿਟਲ ਦੇ ਵਿੱਚ ਦੋ ਇਲੈਕਟ੍ਰੋਨ ਆ ਸਕਦੇ ਨੇ ਆਪੋਜ਼ਿਟ ਸਪਿਨ ਦੇ, ਜਿਵੇਂ ਇਹ ਹਾਫ ਇੰਟੀਜਰ ਸਪਿਨ, ਇਹ ਆਪੋਜ਼ਿਟ ਦੂਸਰੀ ਤਰਫ। ਇਸੇ ਤਰ੍ਹਾਂ ਪੀ ਦੇ ਵਿੱਚ ਵੀ 6 ਇਲੈਕਟ੍ਰੋਨ ਆ ਸਕਦੇ ਨੇ, ਕਿਉਂਕਿ ਤਿੰਨ ਆਰਬਿਟਲ ਨੇ ਤਾਂ 6 ਇਲੈਕਟ੍ਰੋਨ ਆ ਸਕਦੇ ਨੇ। ਹੁਣ ਤੁਸੀਂ ਦੇਖੋ 1s2 2s2, ਇਹ ਤਾਂ ਦੋਨੇ s ਪੂਰੇ ਹੋ ਗਏ, s ਆਰਬਿਟਲ ਦੇ ਵਿੱਚ ਇਲੈਕਟ੍ਰੋਨ ਪੂਰੇ ਹੋ ਗਏ, ਤਾਂ ਅਨਪੇਅਰਡ ਇਲੈਕਟ੍ਰੋਨ ਨਹੀਂ ਹੈ। p ਦੇ ਵਿੱਚ 6 ਹੋ ਸਕਦੇ ਨੇ, ਪਰ ਇੱਥੇ 5 ਹੀ ਨੇ, ਤਾਂ ਮਤਲਬ ਉਹਦੇ ਦੋ ਦੇ ਵਿੱਚ ਪਹਿਲਾਂ ਖਾਲੀ ਖਾਲੀ ਭਰੇ ਜਾਂਦੇ ਨੇ, ਦੋ ਸੌਰੀ ਤਿੰਨ ਦੇ ਵਿੱਚ ਇੱਕ ਇੱਕ ਸਿੰਗਲ ਆ ਗਿਆ, ਫਿਰ ਪੇਅਰ ਬਣਨੇ ਸ਼ੁਰੂ ਹੋਏ। ਹੁਣ ਇੱਕ ਖਾਲੀ ਰਹਿ ਗਿਆ, ਇੱਕ ਅਨਪੇਅਰਡ ਇਲੈਕਟ੍ਰੋਨ ਰਹਿ ਗਿਆ, ਬਾਕੀ ਸਾਰੇ ਪੇਅਰ ਹੋ ਗਏ, ਇੱਕ ਅਨਪੇਅਰਡ ਇਲੈਕਟ੍ਰੋਨ ਰਹਿ ਗਿਆ, ਠੀਕ ਹੈ। 1s2 1s1 2s2 2p5 ਦੇ ਵਿੱਚ ਵਨ ਐਟਮ, ਸੌਰੀ ਇਸ ਐਟਮ ਦੇ ਵਿੱਚ ਵਨ ਇਲੈਕਟ੍ਰੋਨ ਇਜ਼ ਅਨਪੇਅਰਡ। ਇਟਸ ਅ ਵੈਰੀ ਟਿਪੀਕਲ ਕੁਐਸਚਨ, ਤੁਹਾਨੂੰ ਪੂਰਾ ਅਫੂ ਪ੍ਰਿੰਸੀਪਲ ਸਮਝਣਾ ਪਏਗਾ ਤੇ ਇਲੈਕਟ੍ਰੋਨਿਕ ਕਨਫਿਗਰੇਸ਼ਨ ਸਮਝਣੀ ਪਏਗੀ, ਓਨਲੀ ਦੈਨ ਯੂ ਵਿਲ ਬੀ ਏਬਲ ਟੂ ਅੰਡਰਸਟੈਂਡ ਦਿਸ concept ਔਰ ਸੋਲਵ ਦਿਸ particular question, right? ਚਲੋ ਨੈਕਸਟ ਕੁਐਸਚਨ ਦੇਖੋ। which property of water the molecular formula H2O, water makes it a good solvent? इसका सही आंसर है हाई डाइपोल मूवमेंट। ਹੁਣ डाइपोल मूवमेंट प्रॉपर कॉन्सेप्ट एक्सप्लेन करिए, आपको नहीं डिटेल जाने की लोड नहीं है, you would simply understand that कि high dipole moments are high good solvent, that's it। next देखो जी, consider the following statements: radon is the heaviest gas, radon is the heaviest gas, yes, certainly it is। acetine is the rare earth element, rare element on earth, true। graphite is an allotrope of carbon, हाँ graphite is an allotrope of carbon, carbon के कई allotropes हैं, diamond is also allotrope of carbon, right? And graphite is also allotrope of carbon, carbon the atomic number 6, right? तीनों ही statement सही ने, all of them are correct। चलो आई होप ਤੁਹਾਨੂੰ ਇਹ ਸਾਰੇ ਕੁਐਸਚਨ ਸਮਝ ਆਏ ਹੋਣਗੇ, ਬਾਕੀ ਕਿਸੇ ਵਿੱਚ ਵੀ ਕੋਈ ਡਾਊਟ ਲੱਗਦਾ ਹੈ, ਡੂ ਲੈਟ ਮੀ ਨੋ ਇਨ ਦ ਕਮੈਂਟ ਬਾਕਸ। ਬਾਕੀ ਆਪਾਂ ਮਿਲਾਂਗੇ ਨੈਕਸਟ ਵੀਡੀਓ ਚ, ਟਿਲ ਦੈਨ ਟੇਕ ਕੇਅਰ।